ਸੰਗਤ ਟੈਲੀਵਿਜ਼ਨ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਡੇ ਨਾਲ ਨੇ ਵੀਰ ਸੰਦੀਪ ਸਿੰਘ ਜੀ ਜੋ ਕਬੱਡੀ ਪਲੇਅਰ ਨੇ। ਉਹ ਕਿਸਾਨੀ ਨੂੰ ਲੈ ਕੇ ਉਹ ਵੀ ਇੱਥੇ ਅੱਜ ਦਿੱਲੀ ਬਾਰਡਰ ਤੇ ਪਹੁੰਚੇ ਨੇ। ਕਿਸਾਨ ਪ੍ਰੋਟੈਸਟ ਨੂੰ ਲੈ ਕੇ ਜੋ ਇੰਡੀਆ ਸਰਕਾਰ ਵੱਲੋਂ 3 ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਵਿੱਚ ਵੀਰ ਜੀ ਇੱਕ ਜੋ ਪ੍ਰੋਟੈਸਟ ਚੱਲ ਰਿਹਾ ਹੈ ਉਸ ਪ੍ਰੋਟੈਸਟ ਨੂੰ ਕਿਵੇਂ ਤੁਸੀਂ ਆਪਣੀ ਨਜ਼ਰ ਨਾਲ ਕਿਵੇਂ ਦੇਖ ਰਹੇ ਜੀ? देखो ये एक किसान विरोधी बिल आई ਤੇ ਇੱਕ ਕਹ ਲਓ ਵੀ ਆਪਣੇ ਪੰਜਾਬੀਆਂ ਦੀ ਤਰੱਕੀ ਆ। ਪੰਜਾਬੀ ਮਿਹਨਤ ਕਰਦੇ ਆਪਣੇ ਕਿਸਾਨ ਵੀ ਸਾਰੇ ਆਪਾਂ ਵੀ ਕਿਸਾਨ ਹੀ ਆ ਵੀ ਇਹ ਮੋਦੀ ਸਰਕਾਰ ਕੋਲ ਨਹੀਂ ਦੇਖ ਹੁੰਦਾ। ਇੱਕ ਜਿਹੜੇ ਉਦਯੋਗਪਤੀ ਆ ਉਹਨਾਂ ਦੇ ਪ੍ਰੈਸ਼ਰ ਉਹਨਾਂ ਨੂੰ ਹੋਰ ਜਿੱਦਾਂ ਵੀ ਵੱਡਾ ਕਰਨ ਵਾਸਤੇ ਮੋਦੀ ਨੇ ਕਾਲੇ ਬਿੱਲ ਪਾਸ ਕਰਾਏ ਆ ਤੇ ਆਪਾਂ ਹੀ ਇੱਥੇ ਸਾਰੇ ਮੰਗ ਕਰਦੇ ਆ ਵੀ ਇਹ ਛੇਤੀ ਇਹ ਕਾਨੂੰਨ ਬਣਾਏ ਰੱਦ ਕਰੇ। ਇੱਕ ਪਲੇਅਰ ਹੋਣ ਦੇ ਨਾਤੇ ਤੁਸੀਂ ਆਹ ਸਾਰੀ ਜਦੋਜਹਿਦ ਨੂੰ ਕਿਵੇਂ ਦੇਖ ਰਹੇ ਜੀ ਆਪਣੀ ਅੱਖ ਦੇ ਨਾਲ ਜੀ? ਦੇਖੋ ਜੀ ਪਲੇਅਰ ਅਸੀਂ ਬਾਅਦ ਚ ਕਿਸਾਨ ਅਸੀਂ ਪਹਿਲਾਂ ਜੀ ਕਿਸਾਨ ਦੇ ਪੋਤਾ। ਅਸੀਂ ਵੀ ਕਬੱਡੀ ਖੇਡਣ ਤੋਂ ਪਹਿਲਾਂ ਕਿਸਾਨੀ ਕੀਤੀ ਹੈ ਜੀ। ਆਪਣੇ ਜਿੱਦਾਂ ਡੈਡੀ ਹੁਣਾਂ ਨਾਲ ਹੱਥ ਉਠਾਇਆ ਜੀ ਹੈ ਨਾ ਵੀ ਇੱਕ ਕਹਿ ਲਓ ਵੀ ਬਹੁਤ ਜ਼ਿਆਦਾ ਹੀ ਕਿਸਾਨੀ ਨੂੰ ਜਿੱਦਾਂ ਢਾਹ ਲਾਉਣ ਵਾਲੀ ਗੱਲ ਆ ਜੀ। ਤੇ ਜੋ ਇਹ ਆਪਣੀ ਮੋਦੀ ਸਰਕਾਰ ਨੇ ਇਹ ਬਿੱਲ ਪਾਸ ਕੀਤਾ। ਸਾਡੇ ਨਾਲ ਸੀ ਕਬੱਡੀ ਖਿਡਾਰੀ ਸੰਦੀਪ ਸਿੰਘ ਜੋ ਕਿ ਆਪਣੇ ਮੋਦੀ ਸਰਕਾਰ ਦੇ ਖਿਲਾਫ ਜੋ ਰੋਸ ਹੈ ਉਹ ਰੋਸ ਪ੍ਰਗਟਾਵਾ ਕਰ ਰਹੇ ਸਨ। ਇਹ ਪੂਰੇ ਸੰਸਾਰ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਇਹੋ ਜਿਹਾ ਸ਼ਾਂਤੀਪੂਰਵਕ ਔਰ ਪੂਰੇ ਡਿਸਪਲਿਨ ਦੇ ਵਿੱਚ ਰਹਿ ਕੇ ਅੱਜ ਤੱਕ ਕੋਈ ਸੰਘਰਸ਼ ਦੇਖਿਆ ਨਹੀਂ ਗਿਆ। ਸਰਕਾਰ ਨੇ ਬੜੇ ਯਤਨ ਕੀਤੇ, ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ 4 ਬੰਦੇ ਨੇ ਫਲਾਣੇ ਬੜਾ ਕੁਝ ਕਿਹਾ ਗਿਆ, ਪਰ ਬੜੇ ਸ਼ਾਂਤ ਰਸ ਦੇ ਵਿੱਚ ਰਹਿ ਕੇ। ਤੇ ਮੈਨੂੰ ਪਹਿਲਾਂ ਵੀ ਪੁੱਛਿਆ ਗਿਆ ਸੀ ਵੀਰਾਂ ਨੇ ਵੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਮੈਂ ਕਿਹਾ ਵੀ ਗੱਲ ਇਸ ਤਰ੍ਹਾਂ ਹੈ। ਇਹ ਵੀਰਾਂ ਨੂੰ ਬੇਨਤੀ ਕਰੋ ਬਈ ਵੀ ਕਿਸਾਨ ਆ ਜਿਹੜਾ ਇਹ ਰੀੜ੍ਹ ਦੀ ਹੱਡੀ ਆ ਦੇਸ਼ ਦੀ। ਜੇ ਮਨੁੱਖ ਦੀ ਰੀੜ੍ਹ ਦੀ ਹੱਡੀ ਵੱਜ ਜਾਏ ਤਾਂ ਸਾਰਾ ਸਰੀਰ ਵੱਜ ਜਾਂਦਾ। ਅਸੀਂ ਅਸਲ ਦੇ ਵਿੱਚ ਦੇਸ਼ ਨੂੰ ਬਚਾਉਣ ਆਏ ਆ ਵੀ ਭਾਰਤ ਬਚੇ। ਜਿਹੜਾ ਕੋਈ ਸਰਕਾਰ ਕਰ ਰਹੀ ਹੈ ਇਹਦੇ ਨਾਲ ਦੇਸ਼ ਨਹੀਂ ਬਚਦਾ, ਦੇਸ਼ ਦੀ ਏਕਤਾ ਨਹੀਂ ਬਚਦੀ। ਰੀੜ੍ਹ ਦੀ ਹੱਡੀ ਹੈ ਕਿਸਾਨ, ਇਸ ਲਈ ਅਸੀਂ ਰੀੜ੍ਹ ਦੀ ਹੱਡੀ ਨੂੰ ਬਚਾਉਣ ਵਾਸਤੇ ਮੋਢੇ ਨਾਲ ਮੋਢਾ ਲਾ ਕੇ ਆਏ ਹਾਂ। ਮਿਥਿਹਾਸ ਹੈ ਜਾਂ ਇਤਿਹਾਸ ਹੈ, ਕਹਿੰਦੇ ਨੇ ਵੀ ਜਦੋਂ ਰਾਮਚੰਦਰ ਜੀ ਨੇ ਪੁਲ ਬੰਨਿਆ ਲੰਕਾ ਦਾ ਵੀ ਕਾਟੋਰੇ ਸਿਰਫ ਇੱਕ ਤਿਣਕੇ ਸਿੱਟੇ ਸੀ, ਉਹਦੇ ਵਿੱਚ ਇੱਕ ਆਮ ਕਹਾਵਤ ਹੈ। ਉਹਦੇ ਨਾਲ ਪੁਲ ਨਹੀਂ ਸੀ ਵੱਧ ਜਾਣਾ, ਪਰ ਰਾਮਚੰਦਰ ਭਗਵਾਨ ਦੀ ਨਿਗਾਹ ਆ ਗਈ ਵੀ ਤੂੰ ਪੁਲ ਬੰਨਣ ਵਾਲਿਆਂ ਦੇ ਵਿੱਚ ਨਾਲ ਸ਼ਾਮਲ ਹੈ। ਸਾਡੇ ਆਉਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ। ਅਸੀਂ ਤਾਂ ਕਾਟੋ ਵਾਲਾ ਤਿਣਕਾ ਸਿੱਟਣ ਵਾਸਤੇ ਆਏ ਕਿ ਰੱਬ ਦੀ ਨਜ਼ਰ ਪੈ ਜਾਵੇ, ਅਸੀਂ ਉਹਨਾਂ ਦੇ ਨਾਲ ਹੈ। ਗੁਰੂ ਨਾਨਕ ਨੇ ਕਿਹਾ ਸੀ ਆਪਣੇ ਸਿੱਖਾਂ ਨੂੰ ਵੀ ਅੱਗ ਲਾਉਣ ਵਾਲੇ ਅੱਗ ਲਾਉਣ ਤੇ ਤੁਸੀਂ ਚੁੱਪ ਨਹੀਂ ਰਹਿਣ ਤੇ ਬੁਝਾਉਣ ਵਾਲਿਆਂ ਦੀ ਕਤਾਰ ਵਿੱਚ ਖੜੇ ਹੋ ਜਾਣਾ। ਇਸ ਕਰਕੇ ਸਿੱਖ ਅੱਗ ਬੁਝਾਉਣ ਵਾਲਾ, ਸਰਕਾਰਾਂ ਅੱਜ ਖੁਦ ਹੀ ਅੱਗ ਲਾਉਣ ਵਾਲੇ ਉਸ ਰਾਹ ਤੇ ਚੱਲੀਆਂ ਹਨ। ਇਸ ਕਰਕੇ ਸਰਕਾਰਾਂ ਨੂੰ ਇਹ ਚੇਤਾਵਨੀ ਦੇਣ ਵਾਸਤੇ ਵੀ ਅੰਨਦਾਤਾ ਅੱਜ ਸੜਕਾਂ ਦੇ ਉੱਤੇ ਹੈ ਸਰਦੀ ਦੀ ਮੌਸਮ ਵਿੱਚ। ਸਾਨੂੰ ਤਾਂ ਇਹ ਸੁਭਾਅ ਹੈ, ਸਾਡੀ ਤਾਂ ਮਾਤਾ ਗੁਜਰ ਕੌਰ ਨੇ ਠੰਡੇ ਬੁਰਜ 'ਚ ਬਹਿ ਕੇ ਪੋਤਰਿਆਂ ਦੇ ਸਮੇਤ ਸਰਦੀ ਸਹਿਣ ਕਰਨ ਦਾ ਮਾਦਾ ਪੈਦਾ ਕੀਤਾ ਵਾ ਸਾਡੇ ਵਿੱਚ। ਅਸੀਂ ਬਹਿ ਲਾਂਗੇ ਇੱਥੇ, ਪਰ ਗੱਲ ਇਹ ਹੈ ਵੀ ਜੋ ਠੰਡੇ ਬੁਰਜ ਤੋਂ ਬਾਅਦ ਸਰਹੰਦ 'ਚ ਤੂਫਾਨ ਆਇਆ ਸੀ ਉਹ ਵੀ ਤਾਂ ਇਤਿਹਾਸ ਯਾਦ ਰੱਖਣਾ ਚਾਹੀਦਾ। ਇਸ ਕਰਕੇ ਅੱਜ ਦੇਸ਼ ਵੱਜਦਾ, ਸਰਕਾਰ ਆਪਣੀ ਜਿੱਦ ਛੱਡ ਦੇਵੇ। ਗੱਲ ਕੋਈ ਬਹੁਤੀ ਵੱਡੀ ਨਹੀਂ ਹੈ ਇਹਨਾਂ ਵਾਸਤੇ। ਇਹਨਾਂ ਦੀ ਤਾਂ ਜਾਇਜ਼ਾਕਾਰ ਮੀਡੀਆ ਇਹਨਾਂ ਦਾ ਹੈ। ਇਹਨਾਂ ਤਾਂ ਫੇਰ ਕਹਿ ਦੇਣੇ ਵੀ ਹਾਂ ਜੀ ਇਹ ਜਿਵੇਂ ਵੀ ਮਰਜ਼ੀ ਹੋਇਆ ਸੀ, ਅਸੀਂ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਚੱਲ ਰਿਹਾ ਜੀ, ਆਪਣਾ ਬਿੱਲ ਵਾਪਸ ਕਰ ਲਿਆ। ਇਸ ਕਰਕੇ ਸਰਕਾਰ ਜਿਹੜੀ ਹੈ ਉਹ ਹੁਣ ਕੀ ਉਹਨਾਂ ਨੂੰ ਇਹ ਰਿਪੋਰਟ ਨਹੀਂ ਪਹੁੰਚ ਰਹੀ। ਥਾਂ ਥਾਂ ਤੇ ਲੰਗਰ ਚੱਲ ਰਹੇ ਹੈ, ਥਾਂ ਥਾਂ ਤੇ ਜਿਹੜੀ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਮੀਡੀਆ ਹੈ, ਜਿਵੇਂ ਸੰਗ ਟੀਵੀ, ਤੁਸੀਂ ਯੂਕੇ ਤੋਂ ਆਏ ਹੋ, ਸੇਵਾ ਨਿਭਾ ਰਹੇ ਹੋ, ਤੁਹਾਡਾ ਵੀ ਫਰਜ਼ ਹੈ। ਤੇ ਗੁਰੂ ਮਹਾਰਾਜ ਕਿਰਪਾ ਕਰਨ। ਅੰਤ ਦੇ ਵਿੱਚ ਇਹ ਹੈ ਵੀ ਜਿਸ ਕਿਸਾਨ ਦੀ ਬੇਨਤੀ ਮੰਨ ਕੇ ਰੱਬ ਇਸ ਧਰਤੀ ਤੇ ਆ ਕੇ ਆਪ ਹਲ ਫੜ ਕੇ ਧੰਨੇ ਦੇ ਲੱਖੇ ਛੱਡ ਸਕਦਾ ਹੈ, ਖੂਹ ਹੱਕ ਸਕਦਾ ਹੈ, ਆਹ ਕਿਸਾਨਾਂ ਦੇ ਉੱਤੇ ਉਹ ਮਿਹਰਬਾਨ ਰੱਬ, ਉਹਦੀ ਦਇਆ ਦੇ ਨਾਲ ਸਾਰਾ ਕੁਝ ਹੋਣਾ ਹੈ। ਇਸੇ ਦਿੱਲੀ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਪੀਤਾ। ਇਸੇ ਦਿੱਲੀ ਨੇ ਭਾਈ ਮਤੀ ਦਾਸ ਦਾ ਖੂਨ ਪੀਤਾ, ਭਾਈ ਦਿਆਲੇ ਦਾ ਖੂਨ ਪੀਤਾ, ਭਾਈ ਸਤੀ ਦਾਸ ਦਾ ਖੂਨ ਪੀਤਾ। 84 ਦੇ ਵਿੱਚ ਕੋਈ ਗਿਣਤੀ ਨਹੀਂ ਕਿੰਨਿਆਂ ਦਾ ਖੂਨ ਪੀਤਾ। ਜੇ ਸਾਡੇ ਖੂਨ ਦੇ ਪਿਆਸੇ ਨਾ ਸਾਰੇ ਲੋਕ ਆਪਣਾ ਖੂਨ ਹੀ ਦੇਣ ਆਏ, ਪਰ ਸਰਕਾਰ ਨੂੰ ਇਹ ਬੇਨਤੀ ਹੈ, ਮੌਕਾ
ਸੰਭਾਲ ਲਓ, ਨਹੀਂ ਮੁੜ ਕੇ ਇਹ ਸਾਂਭਿਆ ਨਹੀਂ ਜਾਣਾ। ਕਿਸੇ ਦੇ ਵੱਸ ਨਹੀਂ ਰਹਿਣਾ, ਇਹਨਾਂ ਲੀਡਰਾਂ ਦੇ ਵੀ ਵੱਸ ਨਹੀਂ ਰਹਿਣਾ। ਅੱਜ ਇਹ ਮੁੱਠੀ ਬੰਦ ਹੈ, ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹ ਇਹਨਾਂ ਦਾ ਜਿਹੜਾ ਹੱਕ ਹੈ ਉਹ ਹੱਕ ਇਹਨਾਂ ਨੂੰ ਦਿੱਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਡੇ ਨਾਲ ਨੇ ਭਾਈ ਸਾਡੇ ਨਾਲ ਨੇ ਬਾਬਾ ਲਖਵੀਰ ਸਿੰਘ ਜੀ ਤਲਵਾੜਾ ਸਾਹਿਬ ਤੋਂ, ਸੰਤ ਮਹਾਂਪੁਰਸ਼। ਬਾਬਾ ਜੀ, ਕਿਸਾਨਾਂ ਦੀ ਸਪੋਰਟ 'ਚ ਆਏ ਜੇ, ਕੀ ਕਹਿਣਾ ਚਾਹੁੰਦੇ ਜੇ ਸੰਗਤਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਮੈਂ ਸੰਗਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ, ਯੂਕੇ ਦਾ, ਕਿਉਂਕਿ ਅਸੀਂ ਉੱਥੇ ਵੀ ਜਾਂਦੇ ਹਾਂ ਔਰ ਇਹ ਸੱਚ ਦੀ ਆਵਾਜ਼ ਪੂਰੇ ਵਰਲਡ ਤੇ ਪਹੁੰਚਾਉਂਦੇ ਨੇ। ਔਰ ਅਸੀਂ ਕਿਸਾਨਾਂ ਦੀ ਸਪੋਰਟ ਦੀ ਗੱਲ ਛੋਟੀ ਹੈ, ਅਸੀਂ ਖੁਦ ਕਿਸਾਨ ਹਾਂ। ਅਸੀਂ ਇੱਕ ਕਿਸਾਨ ਦੇ ਰੂਪ ਵਿੱਚ ਆਪਣਾ ਹੱਕ ਮੰਗਣ ਜਿਹੜੇ ਆਏ ਹਾਂ, ਔਰ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਹਨ ਅੱਗੇ ਹੋ ਕੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਆਏ ਹਾਂ। ਅਸੀਂ ਹਰ ਤਰ੍ਹਾਂ ਦੀ ਜਿਹੜੀ ਹੈ ਜੋ ਸਾਨੂੰ ਮਾਰਨ ਦਿੱਤਾ ਹੈ ਉਹ ਹੈਲਪ ਕਰਾਂਗੇ। ਜਿਵੇਂ ਕਿ ਇਸ ਭਾਰਤਵਾੜਾ ਸਾਹਿਬ ਵੱਲੋਂ ਪਹਿਲਾਂ 2 ਐਂਬੂਲੈਂਸ ਜਿਹੜੀਆਂ ਹਨ ਤੇ ਡਾਕਟਰ ਚੱਲ ਰਹੇ ਹਨ, ਦਵਾਈਆਂ ਫ੍ਰੀ ਚੱਲ ਰਹੀਆਂ ਨੇ। ਜਥੇਦਾਰ ਭਾਈ ਸੁਖਵਿੰਦਰ ਸਿੰਘ ਇਹ ਸਿੰਘਾਂ ਨਾਲ ਆ ਗਿਆ ਹਨ। ਨਾਲੇ ਮਹਾਂਪੁਰਸ਼ਾਂ ਦੇ ਬੇਟੇ ਭਾਈ ਗੁਰਪ੍ਰੀਤ ਸਿੰਘ ਉਹ ਵੀ ਕਈਆਂ ਦਿਨਾਂ ਤੋਂ ਆ ਰਹੇ ਹਨ। ਅੱਜ ਅਸੀਂ 3 ਖਾਸ ਕਰਕੇ ਸੰਤ ਬਾਬਾ ਹਰੀ ਸਿੰਘ ਰਧਾਵੇ ਵਾਲੇ, ਦਾਸ ਰਤਵਾੜਾ ਸਾਹਿਬ ਤੋਂ, ਸੰਤ ਬਾਬਾ ਕਈਆ ਸਿੰਘ ਲੌਰਾ ਵਾਲੇ, ਅਸੀਂ ਇਕੱਠੇ ਆਏ ਹਾਂ ਔਰ ਇੱਥੋਂ ਦੀਆਂ ਸੰਗਤਾਂ ਵਾਸਤੇ 50,000 ਡਿਸਪੋਜ਼ਲ ਥਾਲੀ, 50,000 ਗਲਾਸ, ਪੈਰਾਂ ਨੂੰ ਪਾਉਣ ਵਾਲੇ ਜੋੜੇ ਤੇ ਹੋਰ ਸਮਾਨ ਜਿਹੜਾ ਹੈ ਉਹ ਆਇਆ ਹੈ। ਇਸ ਤੋਂ ਬਾਅਦ ਵੀ ਅਸੀਂ ਬੇਨਤੀ ਕੀਤੀ ਹੈ ਕਿ ਜਿੰਨੇ ਵੀ ਮਹਾਂਪੁਰਸ਼ ਪੰਜਾਬ ਦੇ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਆ ਰਹੇ ਹਨ ਉਹ ਠੀਕ ਹੈ, ਜਿਹੜੇ ਪਿੱਛੇ ਹਨ ਉਹ ਆਪਣੇ ਆਪਣੇ ਇਲਾਕੇ ਨੂੰ ਸੰਭਾਲਣ। ਜਿਹੜੇ ਕਿਸਾਨ ਘਰ-ਬਾਰ ਛੱਡ ਕੇ ਇੱਥੇ ਆਏ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਆਵੇ। ਅਸੀਂ ਰਤਵਾੜਾ ਸਾਹਿਬ ਦੇ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਹੈ, ਉੱਥੋਂ ਬਹੁਤ ਸਾਰੇ ਸੰਗਤ ਮਾਈ ਭਾਈ ਤੇ ਟਰਾਲੀਆਂ ਤੇ ਸਿੰਘ ਆਏ ਨੇ ਤੇ ਅਸੀਂ ਉੱਥੇ ਅਨਾਉਂਸਮੈਂਟਾਂ ਕੀਤੀਆਂ ਹਨ ਕਿ ਜੇ ਕਿਸੇ ਦੀ ਕਣਕ ਨਹੀਂ ਬੀਜੀ ਗਈ ਤਾਂ ਅਸੀਂ ਜਾ ਕੇ ਬੀਜਾਂਗੇ। ਜੇ ਕਿਸੇ ਦੇ ਘਰ ਦੇ ਵਿੱਚ ਜੋ ਇੱਥੇ ਆਏ ਨੇ ਪਿੱਛੇ ਕਿਸੇ ਚੀਜ਼ ਦੀ ਪਰਿਵਾਰ ਕੋਲ ਕਿਸੇ ਚੀਜ਼ ਦੀ ਕਮੀ ਹੈ, ਘਰ ਵਿੱਚ ਖਾਣ ਪੀਣ ਦੀ ਜਾਂ ਕੋਈ ਵੀ ਹੈ, ਤੇ ਉਹ ਰਤਵਾੜਾ ਸਾਹਿਬ ਵੱਲੋਂ ਸਾਰੀ ਜਿਹੜੀ ਸੇਵਾ ਹੈ ਉਹ ਹੋਏਗੀ। ਇਸ ਤਰ੍ਹਾਂ ਅਸੀਂ ਬੇਨਤੀ ਕੀਤੀ ਹੈ। ਅੱਜ ਹੀ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਉਹਨਾਂ ਦਾ ਵੀ ਮੈਨੂੰ ਹੁਣੇ ਫੋਨ ਆਇਆ ਕਿ 50,000 ਸੰਗਤ ਦਾ ਲੰਗਰ ਤਿਆਰ ਰੋਜ਼ ਕਰਕੇ ਇੱਥੇ ਛਕਾ ਸਕਦੇ ਆ, ਪਰ ਇੱਥੋਂ ਦੇ ਕਿਸਾਨ ਸੰਘਰਸ਼ ਵੱਲੋਂ ਜਿੱਥੇ ਹੁਕਮ ਹੋਏਗਾ ਸਾਰੀਆਂ ਮਸ਼ੀਨਾਂ ਫਿੱਟ ਹੋ ਜਾਣਗੀਆਂ। ਦਾਦ ਦੇ ਛੋਟੇ ਵੀਰ ਬਾਬਾ ਗੁਰਦੀਪ ਸਿੰਘ ਭਾਵੇਂ ਉਹ ਹਸਪੀਟਲ ਵਿੱਚ ਐਡਮਿਟ ਹਨ, ਪਰ ਉਹ ਵੀ ਦਿੱਲੀ ਯੂਪੀ ਦੀਆਂ ਸੰਗਤਾਂ ਨੂੰ ਸੇਵਾ ਵਾਸਤੇ ਇੱਥੇ ਭੇਜ ਰਹੇ ਨੇ। ਬਾਬਾ ਕਿਰਪਾਲ ਸਿੰਘ ਸਾਲਾਪੁਰ ਵਾਲੇ, ਬਾਬਾ ਕਿਰਪਾਲ ਉਹ ਵੀ ਕੱਲ ਆਏ ਸਨ। ਹੋਰ ਵੀ ਮਹਾਂਪੁਰਸ਼ ਸਾਰੇ ਆ ਰਹੇ ਹਨ ਔਰ ਸਾਡਾ ਇਹ ਹੈ ਕਿ ਇਹ ਕਿਸਾਨ ਸੰਘਰਸ਼ ਜਿਹੜਾ ਹੈ ਇਹ ਏਕਾ ਹੈ। ਔਰ ਹਰਿਆਣੇ ਵਾਲਿਆਂ ਨੇ ਜੋ ਸਾਥ ਦਿੱਤਾ ਹੈ ਭਾਈ ਭਾਈ ਕਰਕੇ, ਇਹ ਬੜੀਆਂ ਜਿਹੜੀਆਂ ਦੂਰੀਆਂ ਸੀ ਉਹ ਦੂਰ ਹੋ ਗਈਆਂ, ਨੇੜਤਾ ਹੋਈ ਹੈ। ਮੈਂ ਤੇ ਵੀ ਬੇਨਤੀ ਕਰਾਂਗਾ ਕਿ ਜਿਹੜੇ ਪੰਜਾਬ ਤੇ ਹਰਿਆਣਾ ਦੇ ਮਸਲੇ ਹਨ ਇਹ ਕਿਸਾਨ ਔਰ ਲੋਕ ਜਨਤਾ ਆਪ ਕੇ ਬੈਠ ਕੇ ਹੀ ਇਹ ਨਜਿੱਠ ਲੈਣ। ਐਸਾ ਇਹਨਾਂ ਨੇ ਪਿਆਰ ਦਿਖਾਇਆ। ਅੱਜ ਸਾਰੇ ਭਾਰਤ ਦੇ ਕਿਸਾਨ ਇਕੱਠੇ ਹੋ ਰਹੇ ਨੇ ਔਰ ਜਿਹੜਾ ਵੀ ਭੋਜਨ ਛਕਦਾ ਹੈ ਸਮਝੋ ਉਹ ਕਿਸਾਨ ਦਾ ਦੇਣਦਾਰ ਹੈ। ਕਿਸਾਨ ਸਾਰਿਆਂ ਦਾ ਅੰਨਦਾਤਾ ਹੈ। ਜੋ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਗੁਣ ਕਿਸਾਨਾਂ ਵਿੱਚ ਨਜ਼ਰ ਆਉਂਦੇ ਹਨ। ਔਰ ਪੂਰੇ ਸੰਤ ਸਮਾਜ ਦਾ ਸਾਥ ਹੀ ਨਹੀਂ ਬਲਕਿ ਅਸੀਂ ਕਿਸਾਨ ਹਾਂ, ਕਿਸਾਨਾਂ ਦੇ ਘਰ ਸਾਡਾ ਜਨਮ ਹੋਇਆ। 18 ਸਾਲ ਦਾਸ ਨੇ ਵੀ ਹਲ ਵਾਹ ਕੇ ਖੇਤੀ ਕੀਤੀ, ਬਾਅਦ ਟਰੈਕਟਰ ਆਏ ਹਨ। ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਕਿ ਅਸੀਂ ਤਾਂ ਆਪਣਾ ਹੱਕ ਲੈਣ ਆਏ ਹਾਂ। ਮੇਰੀ ਮੋਦੀ ਜੀ ਨੂੰ ਬਾਰ-ਬਾਰ ਬੇਨਤੀ ਹੈ, ਮੋਦੀ ਜੀ ਦੇਰ ਨਾ ਲਾਓ, ਇਹ ਸਾਰੀ ਜਨਤਾ ਦੀ ਆਵਾਜ਼ ਸੁਣੋ ਔਰ ਜਦੋਂ ਤੁਸੀਂ ਆਪ ਆਓਗੇ ਜਨਤਾ ਦੇ ਵਿੱਚ ਔਰ ਆਪਣੇ ਆਪ ਹੀ ਤੁਹਾਡਾ ਜਿਹੜਾ ਮਨ ਪਿਘਲ ਜਾਏਗਾ ਔਰ ਜਨਤਾ ਨੇ ਤੁਹਾਨੂੰ ਬਣਾਇਆ। ਜਨਤਾ ਦੀ ਆਵਾਜ਼ ਸੁਣੋ, ਕਾਲੇ ਕਾਨੂੰਨ ਜਿਹੜੇ ਨੇ ਵਾਪਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਬਾਬਾ ਕਸ਼ਮੀਰਾ ਸਿੰਘ ਜੀ। ਆਓ ਗੱਲਬਾਤ ਕਰਦੇ ਹਾਂ ਕਿ ਬਾਬਾ ਜੀ ਜੋ ਜ਼ੁਲਮ ਦੇ ਖਿਲਾਫ ਜੋ ਆਵਾਜ਼ ਉੱਠੀ ਆ ਉਦੋਂ ਇਹ ਆਵਾਜ਼ ਨੂੰ ਸਪੋਰਟ ਕਰਨ ਆਏ, ਤੁਸੀਂ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਸਿੱਖੀ ਦੀ ਨਹੀਂ ਗੁਰੂ ਨਾਨਕ ਦੇਵ ਜੀ ਮਨ ਰੱਖੀ, ਜਿਨ੍ਹਾਂ ਨੇ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਬਰਦਾਸ਼ਤ ਕਰਨਾ। ਜ਼ੁਲਮ ਕਰਨਾ ਵੀ ਪਾਪ ਹੈ ਅਤੇ ਜ਼ੁਲਮ ਬਰਦਾਸ਼ਤ ਕਰਨਾ ਵੀ ਪਾਪ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਏ ਨ ਬੈਠੇ ਸੁੱਤੇ। ਬੁਲੰਦ ਆਵਾਜ਼ ਨਾਲ ਆਖਿਆ। ਉਸ ਗੁਰੂ ਨਾਨਕ ਦੇ ਮਾਰਗ ਤੇ ਚੱਲਦਿਆਂ 10ਵੇਂ ਪਾਤਸ਼ਾਹ ਤੱਕ ਜਿੱਥੇ ਸ਼ਾਂਤਮਈ ਸ਼ਹਾਦਤਾਂ ਦਿੱਤੀਆਂ, ਉੱਥੇ ਜੰਗ ਯੁੱਧ ਵੀ ਕੀਤੇ। ਹਰ ਇੱਕ ਸਿੱਖ ਦਾ ਫਰਜ਼ ਹੈ ਸਾਰੇ ਸੰਸਾਰ ਵਿੱਚ ਜਿਉਂਦੇ ਇਨਸਾਨ ਦਾ, ਕਿਉਂਕਿ ਜ਼ਮੀਰਾਂ ਮਰੇ ਵਾਲੇ ਇਨਸਾਨ ਸੱਚ ਨਹੀਂ ਬੋਲ ਸਕਦੇ। ਇਸ ਕਰਕੇ ਸਾਰਿਆਂ ਨੂੰ, ਮਨੁੱਖਤਾ ਨੂੰ
ਸਾਰੇ ਸੰਸਾਰ ਨੂੰ ਬੇਨਤੀ ਹੈ ਕਿ ਆਪਾਂ ਸੱਚ ਨਾਲ ਖੜੀਏ, ਹੱਕ ਸੱਚ ਵਾਸਤੇ ਲੜੀਏ, ਤਾਂ ਕਿ ਸੱਚ ਦਾ ਸਦਾ ਫਤਿਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸੀ ਸੰਤ ਮਹਾਂਪੁਰਸ਼ ਦੇ ਅਲੱਗ-ਅਲੱਗ ਜਥੇਬੰਦੀਆਂ ਤੋਂ ਆਏ ਸੀ ਕਿ ਉਹ ਕਿਸਾਨਾਂ ਦੀ ਸਪੋਰਟ ਕਰਨ ਵਾਸਤੇ ਇੱਕ ਹਾਂ ਦਾ ਨਾਅਰਾ ਮਾਰਨ ਵਾਸਤੇ ਜੋ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਆਏ ਸੀ ਕਿ ਜੋ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਹੈ ਉਸ ਨੂੰ ਸਮੂਹ ਸੰਗਤਾਂ ਮਿਲ ਕੇ ਹੀ ਠੱਲ ਪਾ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਭਾਈ ਜਸਬੀਰ ਸਿੰਘ ਜੀ ਰੋਡੇ ਜੋ ਸਿੱਖ ਜਥੇਬੰਦੀਆਂ ਨੂੰ ਸਪੋਰਟ ਕਰਦੇ ਹੋਏ ਅੱਜ ਕਿਸਾਨਾਂ ਦੇ ਪ੍ਰੋਟੈਸਟ ਵਿੱਚ ਪਹੁੰਚੇ ਨੇ। ਆਓ ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ, ਮੋਦੀ ਸਰਕਾਰ ਨੂੰ ਹਾਂ ਦਾ ਨਾਅਰਾ ਮਾਰਨਾ ਹੈ ਜੀ, ਕੀ ਕਹਿਣਾ ਚਾਹੁੰਦੇ ਜੀ? ਮੋਦੀ ਸਰਕਾਰ ਨੂੰ ਨਹੀਂ, ਅਸੀਂ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਸਤੇ ਆਏ ਆ। ਜੋ ਪਿਛਲੇ ਲਗਭਗ ਪੌਣੇ 3 ਮਹੀਨਿਆਂ ਤੋਂ ਇਹ ਸੰਘਰਸ਼ ਚੱਲ ਰਿਹਾ ਹੈ, ਜਿਹੜਾ ਕਿ ਕਾਲੇ ਕਾਨੂੰਨ ਕਿਸਾਨੀ ਦੇ ਵਿਰੁੱਧ ਇਹਨਾਂ ਨੇ ਪਾਸ ਕੀਤੇ ਆ, ਤੇ ਉਹਦਾ ਇਹ ਪ੍ਰਚਾਰ ਲਗਾਤਾਰ ਮੋਦੀ ਕਰ ਰਿਹਾ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ, ਕਿਸਾਨਾਂ ਦੀ ਬਿਹਤਰੀ ਲਈ, ਕਿਸਾਨਾਂ ਦੇ ਭਲੇ ਲਈ ਇਹ ਸਾਰਾ ਕੀਤਾ ਹੈ। ਮੈਂ ਹੁਣੇ ਇਹ ਵੱਡੀ ਮੰਚ ਤੋਂ ਬੋਲ ਕੇ ਆਇਆ। ਮੈਂ ਇੱਕ ਬੇਨਤੀ ਕੀਤੀ ਆ ਵੀ ਜੇ ਮੋਦੀ ਸੱਚਾ ਹੈ ਤੇ ਇੰਟਰਨੈਸ਼ਨਲ ਮੀਡੀਆ ਦੇ ਆਵੇ, ਇੱਕ ਪਾਸੇ ਉਹ ਬੈਠ ਜਾਵੇ, ਇੱਕ ਪਾਸੇ ਅਸੀਂ ਬਲਵੀਰ ਸਿੰਘ ਰਾਜੋਵਾਲੇ ਨੂੰ ਬਿਠਾ ਦਿੰਨੇ ਆ, 1 ਘੰਟਾ ਚਰਚਾ ਹੋਏਗੀ ਤੇ ਜਿਹਦੀ ਨੰਬਰਿੰਗ ਵੇਖ ਲਾਂਗੇ ਥੱਲੇ ਵੋਟ ਕਿਹਨੂੰ ਜ਼ਿਆਦਾ ਪੈਂਦੀ ਆ ਤੇ ਉਹ ਤੇ ਨਤਾਰਾ ਹੋ ਜੂ। ਕੱਲਾ ਮੋਦੀ ਇੱਕ ਪਾਸੇ ਹੈ। ਦੁਨੀਆ ਦੇ ਵਿੱਚ ਜਿੰਨੇ ਡੈਮੋਕ੍ਰੈਟਿਕ ਦੇਸ਼ ਨੇ ਉਹ ਸਾਰੇ ਕਿਸਾਨਾਂ ਦੇ ਨਾਲ ਨੇ। ਵੱਡੇ ਵੱਡੇ ਲੋਕ ਜਿਹੜੇ ਜਿਵੇਂ ਅਵਾਮਾ, ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਸਾਬਕਾ, ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੀ ਜ਼ਿੰਦਗੀ ਦਾ ਉਹ ਕਾਲਾ ਦਿਨ ਸੀ ਜਦੋਂ ਮੈਂ ਮੋਦੀ ਨੂੰ ਹੱਥ ਮਿਲਾਇਆ, ਕਿਉਂਕਿ ਜਿਹੜਾ ਐਡਾ ਹੈਂਕੜਵਾਜ ਬੰਦਾ ਹੈ ਕਿ ਡੈਮੋਕ੍ਰੇਸੀ ਦੇ ਉੱਪਰ ਇੱਕ ਜਿਹਨੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ, ਉਹਦੇ ਨਾਲ ਹੱਥ ਮਿਲਾ ਕੇ ਮੈਨੂੰ ਪਛਤਾਵਾ ਹੈ। ਅੱਜ ਟਰੂਡੋ ਵਰਗੇ ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ, ਉਹ ਕਹਿ ਰਹੇ ਨੇ ਕਿ ਐਡਾ ਸ਼ਾਂਤਮਈ ਸੰਘਰਸ਼ ਆਪਣੇ ਹੱਕਾਂ ਲਈ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਮੋਦੀ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਕਿੰਨੇ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਸੰਘਰਸ਼ ਹੋ ਰਹੇ ਨੇ, ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਨੇ, ਫਿਰ ਵੀ ਇੱਕ ਪਾਸੇ ਆਪਣੀ ਬਹੁਮਤ ਦੀ ਰੱਟ ਲਾਈ ਹੋਈ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਨੂੰ ਫਿਰ ਮੀਟਿੰਗ ਹੈ। ਕੱਲ ਦੀ ਜਿਹੜੀ 9 ਤਰੀਕ ਦੀ ਮੀਟਿੰਗ ਰੱਖੀ ਆ ਕਿਸਾਨਾਂ ਦੇ ਨਾਲ, ਉਹਦੇ ਵਿੱਚ ਮੋਦੀ ਨੂੰ ਕਿਸਾਨਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ, ਨਹੀਂ ਤਾਂ ਇਹ ਸੰਘਰਸ਼ ਦੇ ਵਿੱਚ ਇਹ ਜੋ ਲੋਕ ਲਹਿਰ ਹੈ ਇਹਦੇ ਵਿੱਚ ਰੁੜ ਜਾਏਗਾ। ਜੋ ਇੱਥੇ ਦਿਨੋਂ ਦਿਨ ਸ਼ਰਾਰਤੀ ਅਨਸਰ ਫੜੇ ਜਾਂਦੇ, ਰਾਤੀ ਕੁਛ ਪੇਟੀਆਂ ਸ਼ਰਾਬ ਦੀਆਂ ਵੀ ਫੜੀਆਂ ਗਈਆਂ, ਉਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ, ਇਹ ਸਰਕਾਰਾਂ ਦੇ ਟ੍ਰੈਂਡ ਹੁੰਦੇ ਆ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਗੱਲ ਪ੍ਰਸਿੱਧ ਹੋ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਬਹੁਤ ਵੈਲ ਡਿਸਪਲਿਨ ਹੈ ਔਰ ਬਹੁਤ ਵਧੀਆ ਇਹ ਮੋਰਚਾ ਚੱਲ ਰਿਹਾ, ਸ਼ਾਂਤਮਈ ਹੈ। ਇਹਨੂੰ ਤਾਰਪੀਡੋ ਕਰਨ ਵਾਸਤੇ ਗਵਰਨਮੈਂਟਾਂ ਦੇ ਬਹੁਤ ਲੰਮੇ ਹੱਥ ਹੁੰਦੇ ਆ ਕਿ ਕੋਈ 4 ਬੰਦੇ ਭੇਜ ਸਕਦੇ, ਕਿਸੇ ਨੂੰ ਸ਼ਰਾਬ ਦੇ ਕੇ ਭੇਜ ਸਕਦੇ ਆ, ਕਿਸੇ ਨੂੰ ਹਥਿਆਰ ਦੇ ਕੇ ਭੇਜ ਸਕਦੇ ਆ, ਕੋਈ ਬੰਬ ਬਲਾਸਟ ਕਰ ਸਕਦੇ ਆ, ਕੁਝ ਵੀ ਇਹੋ ਜਿਹਾ ਕੋਈ ਕਰ ਸਕਦੇ ਆ। ਸਾਨੂੰ ਹਰ ਤਰ੍ਹਾਂ ਦੇ ਨਾਲ ਸੁਚੇਤ ਰਹਿਣ ਦੀ ਲੋੜ ਹੈ। ਜੋ ਅਸੀਂ ਭਾਈ ਜਸਬੀਰ ਸਿੰਘ ਰੋਡੇ, ਜੋ ਕਿ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਤੇ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਅੱਜ ਦਿੱਲੀ ਬਾਰਡਰ ਤੇ ਪਹੁੰਚੇ ਸਨ। जी देखो, ये सिर्फ किसान विरोधी कानून नहीं है, ये पूरे देश विरोधी है। क्योंकि किसान जो उपज देता है देश को, वो कहीं ना कहीं सभी देश के सभी लोग उसका इस्तेमाल करते हैं। कल को अगर ये कानून पास हो जाता है तो हमें किसान के यहाँ से लेने के बजाय अडानी के पास से लेना होगा, अंबानी के पास से लेना होगा। इसलिए ये सिर्फ किसान विरोधी नहीं है, ये उस माता के भी विरोध में है जो आज अपने किचन में हमारे लिए खाना बनाती है। तो ये उन सबके विरोध में है, उन सबके अगेंस्ट में है, और ये कहीं ना कहीं संविधान के विरोध में है, क्योंकि संविधान इस देश के किसानों को अधिकार देता है और ये बिल इस देश के किसानों का अधिकार छीनकर अडानी अंबानी को अधिकार देता है। जी देखो, पंजाब इस देश के ऊपर जब जब कोई अन्याय हुआ है, अत्याचार हुआ है, तो पंजाब के लोग डटकर आगे आए हैं।
हम जब इतिहास देखते हैं देश का, और आज भी जब भी देश पे कोई संकट आता है तो जो शहीद होते हैं वो पंजाब के धरती के सुपुत्र है। तो आज मुझे पूरा कॉन्फिडेंस है कि इस देश के लोकतंत्र को बचाने के लिए भी पंजाब जरूर आगे आएगा। 47 ਤੋਂ ਬਾਅਦ ਆ ਤੁਸੀਂ ਦੇਖ ਰਹੇ ਕਿ ਆਜ਼ਾਦੀ ਦੀ ਦੂਸਰੀ ਮੂਵਮੈਂਟ ਚੱਲੀ ਹੈ ਹੁਣ। ऑब्वियसली ये आजादी की दूसरी मूवमेंट ही है, क्योंकि आज अगर हम लोग इस देश के जो हार्ड अर्न हमारा कॉन्स्टिट्यूशन है, जो हार्ड अर्न हमारा फ्रीडम है, जो इतने मुश्किल से हम लोगों ने प्राप्त किया है, अगर आज हम इसको बचा नहीं पाए तो अगली हमारी जनरेशंस गुलाम हो जाएंगे। कि सर ਹੁਣ तक जो सरकार ने अमेंडमेंट की जा रही है वो जायज है, इसमें संविधान जी जी बिल्कुल नहीं, अमेंडमेंट्स इस बिल में अमेंडमेंट की गुंजाइश ही नहीं है। ये बिल पूरी तरह से किसान विरोधी, देश विरोधी है, संविधान विरोधी है। इसका एक ही इलाज है, इसको नष्ट किया जा सकता है। सर आज आपने यहाँ पे धरातल पे आके देखा तो सभी जो है वो किसान इसका विरोध कर रहे हैं। कहीं ना कहीं यहाँ पे एक राजनीति रुख दिया जा रहा है, भाई राजनीति पार्टियां हैं, इनकी कोई साजिश है ऐसा कुछ? नहीं नहीं, राजनीति यहाँ पर कोई राजनीतिक पार्टी नहीं लेकर आ रहा है, कोई राजनीति की पार्टी नहीं है, क्योंकि जो बीजेपी और बाकी के जो लोग हैं वो ये बताना चाहते हैं कि कहीं ना कहीं इनको आम आदमी पार्टी सपोर्ट कर रही है, कांग्रेस सपोर्ट कर रही है। किसानों का इन राजनीति से किसी का लेना देना नहीं है, और इसलिए ये किसी पार्टी का, किसी पॉलिटिकल पार्टी का आंदोलन नहीं है, ये देश के लोगों का आंदोलन है, पार्टियों का आंदोलन नहीं है। थैंक यू। ਸਾਡੇ ਨਾਲ ਨੇ ਬਾਬਾ ਦਵਿੰਦਰ ਸਿੰਘ ਸ਼ਾਹਪੁਰ ਵਾਲੇ। ਬਾਬਾ ਜੀ ਅੱਜ ਤੁਸੀਂ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਆਏ ਜੀ, ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਿੱਲੀ ਵਿਖੇ ਆਏ ਹਾਂ ਨਿਰਮਲ ਸੰਪਰਦਾ, ਹੋਤੀ ਮਰਦਾਨ ਦੀ ਸੰਪਰਦਾ ਵੱਲੋਂ, ਸਾਰੇ ਮਹਾਂਪੁਰਖਾਂ ਵੱਲੋਂ ਅਸੀਂ ਇਸ ਕਿਸਾਨ ਧਰਮ ਯੁੱਧ ਮੋਰਚੇ ਨੂੰ ਪੂਰੀ ਸਪੋਰਟ ਦੇ ਰਹੇ ਹਾਂ, ਕਿਉਂਕਿ ਸਾਰੀ ਜ਼ਿੰਦਗੀ ਹੀ ਇਹਨਾਂ ਕਿਸਾਨਾਂ ਦੇ ਵਿੱਚ ਲੰਘੀ ਹੈ ਤੇ ਜੱਟਾਂ ਦੇ ਪੁੱਤਾਂ ਸਾਨੂੰ ਪਤਾ ਹੈ ਕਿ ਕਿਸਾਨ ਕਿੰਨੀ ਮਿਹਨਤ ਕਰਕੇ ਜੋ ਪੈਦਾਵਾਰ ਕਰਦਾ ਉਹਦਾ ਹੱਕ ਬਣਦਾ ਹੈ ਕਿ ਉਹਦਾ ਹੱਕ ਨਾ ਖੋਇਆ ਜਾਏ। ਆਪਣੇ ਹੱਕ ਤੇ ਸੱਚ ਦੀ ਲੜਾਈ ਦੇ ਵਾਸਤੇ ਇੱਥੇ ਲੱਖਾਂ ਕਿਸਾਨ ਆਇਆ ਹੈ। ਸੋ ਇਸ ਵਾਸਤੇ ਅਸੀਂ ਆਪਣੀ ਸੰਪਰਦਾ ਵੱਲੋਂ ਇਹਨਾਂ ਕਿਸਾਨੀ ਸਿੱਖਾਂ ਦੀ ਤੇ ਹਿੰਦੁਸਤਾਨ ਤੇ ਕਿਸਾਨਾਂ ਦੀ ਪੂਰੀ ਸਪੋਰਟ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਬਾਬਾ ਜੀ, ਜਿਹੜੇ ਪਤਾ ਲੱਗ ਰਿਹਾ ਕਿ ਆ ਕਿਸਾਨਾਂ ਦੇ ਧਰਨੇ ਵਿੱਚ ਸਰਕਾਰ ਵੱਲੋਂ ਕੋਈ ਸ਼ਰਾਰਤੀ ਅਨਸਰ ਵੀ ਆ ਰਹੇ ਨੇ, ਜਾਂ ਕੱਲ ਨੂੰ ਕੋਈ ਉਹੋ ਜਿਹੀ ਪ੍ਰੋਬਲਮ ਹੋ ਜਾਂਦੀ ਹੈ, ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਗੱਲ ਇਸ ਤਰ੍ਹਾਂ ਹੈ ਕਿ ਸਰਕਾਰਾਂ ਨੇ ਹਮੇਸ਼ਾ ਹੀ ਇਹ ਕੋਈ ਨਾ ਕੋਈ ਤਾਰ ਪੀੜੋ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ ਫਿਰ ਵੀ ਮੇਰਾ ਖਿਆਲ ਹੈ ਕਿ ਇਸ ਵੇਲੇ ਸਾਰੇ ਕਿਸਾਨ ਬੜੇ ਸੁਚੇਤ ਹੋ ਚੁੱਕੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੁਝ ਵੀ ਨਹੀਂ ਹੋਏਗਾ। ਗੁਰੂ ਸਾਹਿਬ ਕਿਰਪਾ ਕਰਨਗੇ, ਮੋਰਚਾ ਚੜ੍ਹਦੀ ਕਲਾ ਚ। ਸਾਡੇ ਨਾਲ ਨੇ ਬਾਬਾ ਬਿਰੀ ਚੰਦ ਜੀ ਦੇ ਅੰਸ਼ ਵਿੱਚੋਂ ਇਹ ਬਾਬਾ ਜੀ, ਗੱਲਬਾਤ ਕਰਦੇ ਹਾਂ ਕਿ ਉਹ ਵੀ ਕਾਫੀ 7-8 ਦਿਨ ਤੋਂ ਬਾਬਾ ਕਿਸਾਨਾਂ ਦੇ ਧਰਨੇ ਦੇ ਉੱਪਰ ਸਪੋਰਟ ਕਰ ਰਹੇ ਨੇ ਬਾਬਾ ਜੀ ਧਰਨੇ ਨੂੰ। ਬਾਬਾ ਜੀ ਕੀ ਕਹਿਣਾ ਚਾਹੁੰਦੇ ਜੀ, ਜੋ ਰੈਗੂਲਰ ਤੁਸੀਂ ਸਪੋਰਟ ਕਰ ਰਹੇ ਹੋ ਕਿਸਾਨਾਂ ਦੇ ਧਰਨੇ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਮੂਹ ਸੰਗਤਾਂ ਜਿਸ ਤਰ੍ਹਾਂ ਆਪ ਭਲੀ ਭਾਰਤ ਜਕਾਤ ਰੱਖ ਰਹੇ ਹੋ, ਇਸ ਟਾਈਮ ਹੁਣ ਸਰਕਾਰ ਦੀ ਵੀ ਕੁਝ ਹਾਲਾਤ ਚੇਂਜ ਹੋਏ ਨੇ, ਸਥਿਤੀ ਕੁਝ ਬਦਲੀ ਹੋਈ ਆ। ਜਿਸ ਤਰੀਕੇ ਨਾਲ ਵੀ ਕੰਪਰੋਮਾਈਜ਼ ਆ ਸਰਕਾਰ ਕਰੇਗੀ, ਜੇ ਕਿਸਾਨਾਂ ਭਰਾਵਾਂ ਨੂੰ ਜਿਸ ਤਰ੍ਹਾਂ ਤਰੀਕੇ ਨਾਲ ਉਹ ਕੰਪਰੋਮਾਈਜ਼ ਅਗਰ ਜੱਚਦਾ ਹੋਵੇਗਾ ਤੇ ਉਹ ਕੰਪਰੋਮਾਈਜ਼ ਉਸ ਹਿਸਾਬ ਨਾਲ ਫਿਰ ਗੁਰੂ ਕਿਰਪਾ ਕਰੇ ਕਿਸੇ ਤਰੀਕੇ ਨਾਲ ਵੀ ਇਹ ਗੱਲ ਨੇੜ ਲੱਗਣੀ ਚਾਹੀਦੀ ਹੈ। ਕਿਉਂਕਿ ਡੇਲੀ ਰਾਤ ਨੂੰ ਕੋਈ ਨਾ ਕੋਈ ਸਰਕਾਰ ਵੱਲੋਂ ਸ਼ਰਾਰਤੀ ਅਨਸਰ ਫੜੇ ਜਾ ਰਹੇ ਆ ਜੀ, ਤੇ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਾਂ ਹੋਰ ਸੰਗਤਾਂ ਨੂੰ ਕੀ ਤੁਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਜੀ? ਵੇਖੋ ਜੀ, ਕਿਸੇ ਤੇ ਵੀ ਇਤਬਾਰ ਕਰਨ ਤੋਂ ਪਹਿਲਾਂ ਉਹਦੇ ਨਾਲ ਹਰ ਇੱਕ ਨਾਲ ਗੱਲ ਉਸ ਵਿੱਚ ਨਾ ਸ਼ੇਅਰ ਕੀਤੀ ਜਾਵੇ, ਜਿਹੜੀ ਗੱਲ ਦਾ ਆਪਣੀ ਦਾ ਕੋਈ ਪੋਲ ਨਿਕਲ ਕੇ ਬਾਹਰ ਜਾ ਸਕੇ। ਹਰ ਇੱਕ ਨਾਲ ਜਿਸ ਨਾਲ ਤੁਸੀਂ ਆਏ ਜੇ ਉਸ ਦੇ ਨਾਲ ਤੁਸੀਂ ਉੱਥੋਂ ਤੱਕ ਸੀਮਤ ਰਹੋ, ਨਾ ਕਿ ਗਾਂਹ ਵੱਧ ਕੇ ਉਹਨਾਂ ਤੋਂ ਹਟ ਕੇ ਇੱਕ ਆਪ ਤੁਸੀਂ ਨਾਰਾ ਲਾਉਣ ਵੱਖਰਾ ਗਾ ਜਾਓ ਵੱਖਰਾ ਜਾਣ। ਤੁਸੀਂ ਜਿਹਦੇ ਨਾਲ ਆਏ ਜੇ, ਜਿਹਦੇ ਪ੍ਰਬੰਧਕਾਂ ਨਾਲ ਆਏ ਜੇ, ਜਿਹੜੀ ਜਥੇਬੰਦੀ ਦੇ ਨਾਲ ਆਏ ਜੇ, ਤੁਸੀਂ ਵੀ ਉਸ ਜਥੇਬੰਦੀ ਦੇ ਕੁਝ ਮੈਂਬਰ ਹੋਵੋਗੇ ਜਿਹੜੇ ਨਾਲ ਆ ਰਹੇ ਜੇ। ਇਸ ਕਰਕੇ ਅਸੀਂ ਦਾਸ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਇਹੋ ਬੇਨਤੀ ਕਰੇਗਾ ਵੀ ਆਪ ਸਾਰੇ ਮਿਲ ਗਿਲ ਕੇ, ਉਹ ਤਾਂ ਅੱਗੇ ਚਾਹ ਹੁੰਦਾ ਹੈ ਵੀ ਇਹ ਪਾਟਣ ਜਾਂ ਟੁੱਟਣ, ਵੀ ਅਸੀਂ ਇਹਨਾਂ ਦੇ ਸੰਤਾਨੀ ਅੰਸਰ ਵਿੱਚ ਵਾੜ ਕੇ ਇਹਨਾਂ ਨੂੰ ਪਾੜ ਕੇ ਕੁਝ ਕਰ ਸਕੀਏ। ਗੁਰੂ ਕਿਰਪਾ ਕਰੇ ਇਹੋ ਜਿਹੀ ਕੋਈ ਨੌਬਤ ਨਾ ਆਵੇ, ਔਰ ਸਰਕਾਰ ਹਰ ਹਾਲਾਤ ਦੇ ਵਿੱਚ ਮੰਨੇਗੀ ਜੀ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੀ ਸਰਕਾਰ ਦੇ ਚੀਜ਼ਾਂ ਨਾ ਮੰਨੂਗੀ।
ਸਰਕਾਰ ਨੂੰ ਮੰਨਣੀਆਂ ਪੈਣਗੀਆਂ ਤੇ ਮਨਾ ਕੇ ਰਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਬਾ ਬਿਰਜ ਚੰਦ ਜੀ ਦੇ ਅੰਸ਼-ਵੰਸ਼ ਵਿੱਚੋਂ ਬਾਬਾ ਅਵਤਾਰ ਸਿੰਘ ਜੀ ਦੇ ਪੁੱਤਰ ਤੇ ਬਾਬਾ ਸ਼ਾਹਬਾਜ਼ ਜੀ ਵਾਲੇ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਫੁੱਲ ਸਪੋਰਟ ਦਿੱਤੀ ਹੈ ਤੇ ਫੁੱਲ ਸਪੋਰਟ ਕੀਤੀ ਹੈ, ਤੇ ਜੋ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਨ ਦੇ ਵਾਸਤੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ। ਉਹ ਸਾਨੂੰ ਭੁੱਲ ਗਏ, ਸਾਡੀ ਕੌਮ ਨੂੰ ਉਹ ਭੁੱਲ ਗਏ, ਸਾਡੇ ਲੜਨ ਵਾਲੇ ਲੋਕਾਂ ਨੂੰ। ਸਾਡੇ ਦਸ਼ੇ ਗੁਰੂਆਂ ਨੇ ਆ ਕੇ ਇੱਥੇ ਸੀਸ ਦਿੱਤਾ ਹੈਗਾ, ਚਾਹੇ ਕਿਸੇ ਨੇ ਉੱਤੇ ਭੀੜ ਪਈ ਸੀ, ਚਾਹੇ ਉਹ ਮਤਲਬ ਕਿ ਜੀ ਰਾਜਾ ਨੂੰ ਬਾਹਰ ਕੱਢ ਕੇ ਲਈਆਂ। ਅਸੀਂ ਬਿਲਕੁਲ ਯੂਪੀ ਦੀਆਂ ਮੰਗਾਂ, ਸਾਰੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਮਨਾ ਕੇ ਫੇਰ ਦਮ ਲਵਾਂਗੇ। ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ, ਜਾਂ ਤਾਂ ਕਿਸਾਨੋਂ ਮੰਗਾਂ ਦਵਾ ਕੇ ਲਿਜਾਵਾਂਗੇ ਤੇ ਜਾਂ ਡਾਂਗਾ ਖਾ ਕੇ ਜਾਵਾਂਗੇ। ਇਦੋਂ ਘੱਟ ਸਾਡਾ ਕੋਈ ਹਿਸਾਬ ਨਹੀਂ। 47 ਮੇਰੇ ਬਾਪੂ ਨੇ ਵੇਖੀ ਤੇ 84 ਮੈਂ ਦੇਖੀ, ਤੇ ਆਹ ਦਿਨ ਮੇਰਾ ਪੋਤਾ ਦੇਖੂਗਾ ਦਿੱਲੀ ਦੇ ਵਿੱਚ ਆ, ਨਾਲ ਮੇਰੇ ਇੱਥੇ ਦਿੱਲੀ ਦੇ ਵਿੱਚ ਆ ਪੋਤਾ ਦੇਖੂ, ਉਹ ਇਤਿਹਾਸ ਲਿਖੂਗਾ ਵੀ ਸਾਡੇ ਦਾਦਿਆਂ ਦੇ ਨਾਲ ਕੀ ਬਣੀ। ਮੋਦੀ ਜੋ ਮਰਜ਼ੀ ਸੋਚੇ, ਇਹ ਲੜਨ ਵਾਲੇ ਲੋਕ ਸਾਰੇ ਭਾਰਤ ਦੇ ਲੋਕ, ਉਹ ਹਰਿਆਣੇ ਦੇ ਹੋਣ, ਯੂਪੀ ਦੇ ਹੋਣ, ਅਸੀਂ ਜੇ ਖੇਤਾਂ ਦੇ ਵਿੱਚ ਔਖਾ ਕੰਮ ਕਰ ਸਕਦੇ ਆ, ਖੇਤਾਂ ਦੇ ਵਿੱਚ ਸਾਡੇ ਸੱਪ ਲੜ ਸਕਦਾ, ਸਾਡਾ ਬਿਜਲੀ ਦਾ ਹੱਥ ਲੱਗ ਸਕਦਾ, ਫਿਰ ਅਸੀਂ ਇਹਨਾਂ ਦੀਆਂ ਗੋਲੀਆਂ ਤੋਂ ਡਰਦੇ ਸਾਰੀਆਂ ਮੰਗਾਂ ਬਣਾ ਕੇ ਜਾਵਾਂਗੇ। ਹੁਣ ਮੈਂ ਬੇਨਤੀ ਕਰਦਾ, ਸਾਡੇ ਹਰਿਆਣੇ ਦੇ ਆਗੂ ਨੇਗੇ ਤੇ ਇਹ ਗੱਲ ਕਰਨਗੇ। सभी मीडिया वाले भाइयों को नमस्कार। ये जो आंदोलन है संयुक्त किसान मोर्चे के बैनर नीचे है, 30 जथेबंदी या 32 जथेबंदी नहीं, बल्कि पूरे देश का आंदोलन है। पंजाब का आंदोलन ये ना समझा जाए, सारे देश का आंदोलन है। और 5 दौर की बातचीत में अभी तक कोई बहुत ज्यादा हम सफलता नहीं कह सकते, लेकिन आज फिर अमित शाह जी ने मीटिंग बुलाई है और उसमें जा रहे हैं। उसमें क्या निकलेगा तो जाके ही पता लगेगा। लेकिन हम कहना ये चाहते हैं कि सरकार को देख लेना चाहिए कि ये केवल किसान का आंदोलन भी नहीं बचा, तो अब तो पूरा जन समर्थन आज का जो बंद है उसको सुपर बंद कहा जा रहा है, और कश्मीर से कन्याकुमारी तक का बंद है। आज सभी प्रदेशों में, छोटे बड़े सभी प्रदेशों में इसका अच्छा असर देखने को मिला है, जो खबरें आ रही हैं। तो इससे उनको समझ जाना चाहिए कि अब बात मानने के अलावा कोई चारा नहीं। और फिर हम दोहराते हैं कि हमारी जो मांगे हैं तीनों अध्यादेशों को वापस करवाने की, एमएसपी की गारंटी का कानून बनवाने की, इससे नीचे हमारा कोई फैसला नहीं होगा। और अमित शाह जी आज बुला रहे हैं, उनको जाएंगे, उनकी सुनेंगे, उसके बाद ही अपना कोई फैसला करेंगे कि हमने क्या करना है। लेकिन आज का जो बंद है उसके लिए हम आपकी प्रेस के माध्यम से, मीडिया के माध्यम से सभी देशवासियों का बहुत धन्यवाद करना चाहेंगे। सभी जो जिन्होंने समर्थन किया है, चाहे उसमें कोई भी वर्ग है, उसमें वकील वर्ग है, पेट्रोलियम वाले हैं, ट्रांसपोर्टेशन वाले हैं, दुकानों वाले हैं, व्यापारी हैं, कर्मचारी हैं, उन सभी के अति आभारी हैं, अति धन्यवादी हैं कि जिन्होंने तहे दिल से इस बंद का समर्थन किया है और बहुत ही अच्छे तरीके से, बहुत ही शांतिपूर्वक तरीके से इस बंद को कामयाब बनाया है। पूरे देश की जनता के आगे आज हम नतमस्तक हैं कि जो देश के किसानों का उन्होंने इतना सम्मान किया है, देश के किसानों को इतना सम्मान दिया है कि उसमें अपनी मर्जी से पूरे भारत को उन्होंने आज पूरी तरह बंद जो है वो कामयाब बनाया है। दोबारा फिर मैं एक बार सभी देशवासियों का, सभी समर्थन करने वालों का और सभी वर्गों का, सभी संगठनों का धन्यवाद करना चाहूंगा। बहुत बहुत धन्यवाद। और अगले जो वक्ता हैं ਅੱਜ ਸਾਡਾ ਜਿਹੜਾ ਘੋਲ ਹੈ ਉਹ ਲਗਾਤਾਰ ਜਿੱਤ ਵੱਲ ਵਧ ਰਿਹਾ ਹੈ। ਭੋਗ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਮਾਨਸਾ ਸੂਬਾ ਪ੍ਰੈਜ਼ੀਡੈਂਟ। ਭੋਗ ਸਿੰਘ ਮਾਨਸਾ, ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮਾਨਸਾ। ਅੱਜ ਜਿਹੜਾ ਸਾਡਾ ਘੋਲ ਹੈ ਉਸ ਨੂੰ ਫਲ ਲੱਗ ਰਿਹਾ। ਭਾਰਤ ਪੱਧਰ ਦਾ ਕਿਸਾਨ, ਭਾਰਤ ਪੱਧਰ ਦੇ ਲੋਕ, ਪ੍ਰੋਡਿਊਸਰ, ਪ੍ਰੋਸੈਸਰ, ਕੰਜ਼ਿਊਮਰ ਸਾਰੇ ਸਾਡੇ ਨਾਲ ਨੇ। ਉਸ ਨੇ ਸਿੱਧ ਕਰਤਾ ਕਿ ਜਿਹੜਾ ਅੱਜ ਅਸੀਂ ਬੰਦ ਦਾ ਸੱਦਾ ਦਿੱਤਾ ਸੀ, ਸਾਰਾ ਭਾਰਤ ਬੰਦ ਹੋਇਆ ਹੈ। ਸਾਰੇ ਭਾਰਤ ਦੇ ਲੋਕ
ਉਹ ਭਾਵੇਂ ਕੋਈ ਵੀ ਕੰਮ ਕਰਦੇ ਨੇ, ਕਿਸ ਤਰ੍ਹਾਂ ਦਾ ਵੀ ਉਹਨਾਂ ਦਾ ਬਿਜ਼ਨਸ ਹੈ ਜਾਂ ਕਾਰੋਬਾਰ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ। ਅਸੀਂ ਅੱਜ ਇਸ ਘੋਲ ਦੀ ਤਰਫੋਂ, ਸੰਯੁਕਤ ਮੋਰਚੇ ਦੀ ਤਰਫੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਮੋਦੀ ਦੀ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਜਿਹੜਾ ਇਹ ਅੰਦੋਲਨ ਹੈ, ਜਿਹੜਾ ਇਹ ਸੰਘਰਸ਼ ਹੈ, ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਦਾ ਦੇਸ਼ ਦੇ 85% ਲੋਕਾਂ ਤੇ ਅਸਰ ਹੈ। ਉਹ 85% ਲੋਕ ਜਿਹੜੇ ਸਾਡੇ ਇਸ ਘੋਲ ਦੇ ਨਾਲ ਹਮਾਇਤ ਦੇ ਵਿੱਚ ਲਾ ਲਓ ਜਾਂ ਸਿੱਧੇ ਰੂਪ ਸ਼ਾਮਲ ਨੇ। ਸੋ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਅਸੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਆ ਜਿਹੜੇ ਪਾਸ ਕੀਤੇ ਨੇ, ਇਹ ਰੱਦ ਨਹੀਂ ਕੀਤੇ ਜਾਂਦੇ, ਬਿਜਲੀ ਐਕਟ ਰੱਦ ਨਹੀਂ ਕੀਤਾ ਜਾਂਦਾ, ਜਿਹੜਾ ਪਰਾਲੀ ਵਾਲਾ ਆਰਡੀਨੈਂਸ ਜਾਂਦਾ ਉਹ ਰੱਦ ਨਹੀਂ ਕੀਤਾ ਜਾਂਦਾ, ਜਾਂ ਜਿਹੜੇ ਮਤਲਬ ਆਪਣਾ MSP ਹੈ ਉਹ ਲਾਗੂ ਨਹੀਂ ਕੀਤੀ ਜਾਂਦੀ ਅੱਛੀ ਤਰ੍ਹਾਂ ਜਿਹੜਾ ਹੈਗਾ ਕਾਨੂੰਨੀ ਤੌਰ ਤੇ। ਔਰ ਜਿਹੜੀ ਪ੍ਰੋਕਿਉਰਮੈਂਟ ਹੈ, ਉਹ ਸਰਕਾਰੀ ਜਿਹੜੀ ਖਰੀਦ ਹੈ ਉਹ ਕਾਨੂੰਨੀ ਤੌਰ ਤੇ ਯਕੀਨੀ ਨਹੀਂ ਬਣਾਈ ਜਾਂਦੀ, ਤਦ ਤੱਕ ਜਿਹੜਾ ਇਹ ਸਾਡਾ ਅੰਦੋਲਨ ਜਾਰੀ ਰਹੇਗਾ। ਅੱਜ ਦੀ ਮੀਟਿੰਗ ਦਾ ਕੀ ਰਿਜ਼ਲਟ ਨਿਕਲਦਾ ਹੈ, ਉਹਦੀ ਅਸੀਂ ਅੱਜ ਰਾਤ ਨੂੰ ਵਾਪਸ ਆਣ ਤੇ ਫਿਰ ਮੀਟਿੰਗ ਕਰਨੀ ਹੈ। ਉਸ ਮੀਟਿੰਗ ਤੋਂ ਬਾਅਦ ਜੋ ਕੁਝ ਉਹ ਪ੍ਰਕਿਰਿਆ ਹੋਵੇਗੀ ਉਹ ਅਗਲੇ ਦਿਨ ਜਿਹੜਾ ਹੈਗਾ ਅਸੀਂ ਅਨਾਉਂਸ ਕਰਾਂਗੇ, ਔਰ ਅਗਲੇ ਦਿਨ ਹੀ ਜਿਹੜੇ ਅਗਲੇ ਘੋਲ ਦੀ ਜਿਹੜੀ ਰੂਪਰੇਖਾ ਹੈ ਉਹ ਲਿਖੀ ਜਾਵੇਗੀ। ਧੰਨਵਾਦ ਸਾਰੀ ਪ੍ਰੈਸ ਵਾਲਿਆਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਹੀ ਸਹਿਯੋਗ ਦਿੱਤਾ ਹੈ ਸ਼ੁਰੂ ਤੋਂ ਲਾ ਕੇ ਅੱਜ ਤੱਕ, ਔਰ ਅੱਗੇ ਤੱਕ ਦੇਣ ਦੀ ਆਸ ਕਰਦਾ। सवाल इसके बाद जो अपनी परंपरा है कि आदरणीय मीडिया के सभी बंधुओं, मैं एक इस आंदोलन का वो पहलू आपको दिखाने जा रहा हूं कि कैसे इस आंदोलन को पंजाब तक सीमित किया जाए, इस पर सरकार की पूरी कोशिश है। कैसे इसको खालिस्तान के साथ जोड़ा जाए, इस पर पूरी कोशिश है। किसको ऐसे विदेशी ताकतों के साथ जोड़ा जाए, इसकी पूरी कोशिश है। हमने 3 दिन पहले की बाइट में कहा था, आज भी कुछ देशों ने समर्थन दिया है कि ये हमारे देश का मामला है, हमारे घर का मामला है। हम अपने घर में इसको हम सुलझाएंगे, आपस में बैठ के बात करेंगे, मगर बाहरी किसी शक्ति की हस्तक्षेप हमको बर्दाश्त नहीं होगा। जो हमारी चिंता विदेशों में कर रहे हैं उनका हम बहुत बहुत धन्यवाद देते हैं, पर हम राष्ट्रवादी लोग हैं, राष्ट्र हमारे लिए सर्वोपरि है। एक अब दूसरी जो व्यवस्था है वो ये कि भारत में खास तौर से दक्षिण भारत के लोग आपको इस आंदोलन में दिखाई नहीं दे पा रहे हैं। 350 आदमियों को अरेस्ट किया अय्या कन्नू के साथ, केरल में अरेस्ट किया, ट्रेन का चार्ट देख के अरेस्ट कर रहे हैं, दूरी बाहर है। अय्या कन्नू किसी प्रकार से अपनी दाढ़ी मुड़वाकर और एयरपोर्ट पे पहुंचे हैं तो 50 पुलिस वाले वहां पहुंचकर उनका स्वागत करते हैं और उनको करोल बाग थाने के पास ले जाकर एक लॉज में ठहराया गया। मैं सुबह जब उनको लेने के लिए पहुंचा, सुप्रीम कोर्ट के बाहर वो खड़े हुए थे और उनके साथ काफी फोर्स खड़ा था, तो हमारी गाड़ी को भी वो थाने ले गए, हमको भी थाने ले गए करोल बाग। हमसे कहा कि आप तो जा सकते हैं, इनकी जांच जरूरी है। अय्या कन्नू वो व्यक्ति हैं जिन्होंने दिल्ली के जंतर मंतर पर 141 दिन लगातार बड़ा प्रभावी आंदोलन किया था। अभी वो थाने में बैठे हुए हैं, उनको छोड़ा नहीं जा रहा है। एक व्यक्ति के पीछे 200-250 का फोर्स सुप्रीम कोर्ट के पास खड़ा था। आतंकवादी की भी इतनी चिंता नहीं होती जितना एक किसान की दक्षिण भारत की है। तो वो है कि दक्षिण भारत से कोई किसान आ ना पाए इस आंदोलन में, ताकि वो स्वरूप ना दिख पाए, ये कोशिश है। इस कोशिश को हम नाकाम करेंगे। इसकी चर्चा भी हम ऊपर लेवल पर कर रहे हैं, और अगर उनको नहीं छोड़ा जाता है तो फिर हमको कोई ना कोई कमेटी में बैठ के निर्णय करना पड़ेगा। अभी बैठक के लिए हम लोग जा रहे हैं, मांगे वही हैं जो मेरे सब साथियों ने बताई है, और उससे पीछे हमारे पास कोई रास्ता नहीं है। हम डेड लाइन पर खड़े हैं। आपने समय दिया उसके लिए बहुत बहुत धन्यवाद। इधर कोने से इधर मैं पीछे खड़े होके बोल दूं, खड़े होके क्या उस तरफ आ जाएंगे तो काफी कवर हो जाएगा उससे। देखिएगा कोई नहीं, मैं इधर से पहले बोलने वाले वक्ता थे आदरणीय शिव कुमार शर्मा जी, कक्का जी। आप राष्ट्रीय किसान महासंघ के अध्यक्ष हैं, राष्ट्रीय महाअध्यक्ष हैं। आज की अध्यक्षता कर रहे हैं रुलदू सिंह मानसा जी। उसके बाद बोले थे गुरनाम सिंह चढ़ूनी जी, और हमारे साथ थे भोग सिंह।
मानसा साहब भारतीय किसान यूनियन मानसा के थे। साथियों, मैं जानता हूं आपकी रुचि 7 बजे की मीटिंग में होगी, लेकिन मैं आपको आज दिन के बारे में बताना चाहता हूं। उसके बारे में तो उत्तर हमारे अध्यक्ष जी और बाकी साथी देंगे। आज एक ऐतिहासिक दिन इस देश ने देखा है। किसानों के द्वारा किया गया भारत बंद जिस तरह की ऐतिहासिक सफलता हुई है, आमतौर पे आप सब जानते हैं, जब किसान संगठन कोई बंद का कॉल देते हैं तो 4 महीने का नोटिस देते हैं, 4 महीने की तैयारी करते हैं। जब 4 दिन के नोटिस पे हमने बंद का कॉल दिया, लोगों का फोन आया, पागल हो गए हो, 4 दिन में तुम भारत बंद कर दोगे। और आज शाम तक, अभी तक खबर है दोस्तों, खबर आती जा रही है हर मिनट मिनट में, अंदाजन 10,000 जगहों पे देश में ये बंद ऑब्जर्व किया गया है, अलग अलग लेवल पे, अलग अलग तरीके से। जो कहते थे सिर्फ पंजाब हरियाणा में है, हमारे पास अब तक 25 राज्यों से रिपोर्ट आ रही है बंद की ऑब्जर्वेशन की। नॉर्थ ईस्ट के जो हिल स्टेट्स हैं वहां से अभी इंफॉर्मेशन नहीं आ पाई है, 25 स्टेट से इंफॉर्मेशन आ गई है बंद ऑब्जर्व होने की। जो कहते थे कि सिर्फ किसान है, अब तो किसान नहीं, जैसा हमारे साथी गुरनाम सिंह जी ने बताया, मछुआरे हैं, सैंड माइन वर्कर्स ने ज्वाइन किया है, स्टोन क्वारी वर्कर्स ने ज्वाइन किया है, इंडस्ट्रियल वर्कर के जो फेडरेशंस हैं 10, उन सब ने तो सपोर्ट किया ही है, रेल वर्कर ने सपोर्ट किया है, ट्रांसपोर्ट यूनियन ने, विद्यार्थियों ने, इंटेलेक्चुअल्स ने, आर्टिस्ट ने, देश के 3 बड़े लेखकों ने, मुलगन साहब तमिलनाडु से, टीएम कृष्णा तमिलनाडु से, और पंजाब के ही नहीं देश के बहुत बड़े लेखक सुरजीत सिंह पातर, इन तीनों ने इस आंदोलन को पूरा समर्थन जाहिर किया है। पातर साहब ने तो अपना अवार्ड वापस करने की घोषणा की। तो सिर्फ किसान का नहीं है, इतनी बड़ी जो सफलता हुई है, ये सफलता हमारी वजह से नहीं है। देश के 450 से ज्यादा संगठन संयुक्त किसान मोर्चा के साथ जुड़े हैं, लेकिन मैं समझता हूं वो 450 भी मिला के काम नहीं कर सकते थे। ये इसलिए हुआ है कि हर हिंदुस्तानी ने इसे अपना आंदोलन बना लिया। कोई जो बेंगलुरु में आईटी सॉफ्टवेयर में काम करता है, उसको भी याद है कि उसके पिताजी का किसानी से लिंक था। बंबई का चार्टेड अकाउंटेंट है, वो भी कहता है मेरे दादाजी आड़ती हुआ करते थे। हर हिंदुस्तानी के मन में कहीं ना कहीं किसान है। आज हम उस किसान को सलाम करते हैं। उस किसान ने आज अपनी आवाज उठाई है। मैं कुछ राज्यों की सूचना आपको दे दूं जो अब तक हमारे पास आई है। कर्नाटका में, क्योंकि बात पंजाब हरियाणा की हो ही रही है, पंजाब हरियाणा में टोटल बंद है, मुझे कहने की जरूरत नहीं है, आप सबको पता ही है। कर्नाटका में 100 तालुका के अंदर टोटल बंद हुआ है, बाकी में पार्शियल बंद हुआ है। तमिलनाडु में कावेरी डेल्टा के जितने जिले हैं वहां पे कंप्लीट बंद हुआ है। आया कन्नू जी की बात तो आपने बताई तमिलनाडु से। महाराष्ट्र के बारे में फैलाया जा रहा था कि शेतकारी संगठन साथ नहीं है। शेतकारी संगठन की तरफ से कंप्लीट बंद ऑब्जर्व किया गया। बुल्डाना में तो रेल भी रोक दी गई है, जो कि हमारे प्रोग्राम में नहीं था। वैसे अन्ना हजारे जी की तरफ से भी आज एक दिन का सांकेतिक फास्ट हुआ है। गुजरात में और उत्तर प्रदेश में, गुजरात में कोई 200 फार्मर लीडर को प्रिवेंटिव डिटेंशन में कल रात को अरेस्ट कर लिया गया है। चारों तरफ पुलिस फैली हुई है और गुजरात के डीजीपी ने तो स्टेटमेंट दिया है कि इस आंदोलन में हिस्सा लेना ही नहीं, कोई सोशल मीडिया पे इसका फोटो भी शेयर करेगा उसके खिलाफ मुकदमा किया जाएगा। ये आज घोषणा हुई है गुजरात के अंदर। उत्तर प्रदेश में चारों तरफ किसान एक्टिविस्ट को अरेस्ट किया गया है। हमारे पास सब जिलों से खबर है, बहराइच, बाराबांकी, खेरी, प्रयागराज, लखनऊ, सब तरफ और कानपुर, सब तरफ किसान कार्यकर्ताओं को गिरफ्तार किया है। पुलिस ने एकदम आतंक का राज शुरू कर दिया है। तेलंगाना में लगभग कंप्लीट बंद हुआ है। त्रिपुरा में लगभग कंप्लीट बंद हुआ है। असम के किसान संगठनों ने रैलीज ऑर्गेनाइज की हैं पूरे देश भर में। तो ये जो बात थी कि सिर्फ हरियाणा पंजाब है, वो तो हमने 4 दिन में साबित कर दिया है। ये बंद बहुत कुछ खोलेगा। इस देश के प्रधानमंत्री जब खोलने की बात करते हैं तो वो बंद करते हैं। मंडी बंद, एमएसपी बंद, राशन बंद, किसान की किस्मत बंद, किसान खुद पराली के अंदर बंद, सस्ती बिजली बंद। लेकिन जब किसान बंद करता है तो वो खोलता है। आज के भारत बंद ने
भारत सरकार की आंख खोल दी है। उन्हें पता लग गया। उम्मीद है कि आज से कोई केवल हरियाणा पंजाब की बात नहीं करेगा। और मुझे लगता है कि होम मिनिस्टर जी ने हमारे साथियों को जो बुलाया है, उनको कल रात तक इनपुट आ गया होगा कि ये कितना बड़ा है, इसीलिए होम मिनिस्टर ने विचलित होकर हमारे साथियों को बुलाया है। एग्रीकल्चर मिनिस्टर नहीं, होम मिनिस्टर को इनपुट आ गया था। दूसरा, ये भारत सरकार के कान खोलेगा। दिल्ली जरा ऊंचा सुनती है। बहुत टाइम से इन्हें सुन नहीं रहा था कि किसान क्या मांग रहे हैं। किसान कह रहे थे तीनों बिल रद्द करो, एमएसपी की लीगल गारंटी दो। सरकार इधर उधर चीजें बात कर रही थी, उनको सुन भी नहीं रहा था। तो मेरी उम्मीद है कि ये बंद सरकार के कान भी खोलेगा। और वार्ता में जो गतिरोध आया हुआ है, रुकी हुई है, हमारे साथियों को चुप्पी करनी पड़ी, मौन करना पड़ा, यस और नो के सवाल पूछने पड़े। उम्मीद है कि इस बंद से ये जो गतिरोध है वो भी खुलेगा। 7 बजे की वार्ता में क्या निकलेगा आपको पता लग जाएगा। कल औपचारिक वार्ता होगी, आपको बताया जाएगा। लेकिन मैं कहता हूं बस अब एक वार्ता की कसर बची है, बाकी सब वार्ता हो गई। श्री नरेंद्र मोदी जी को कमरे में बैठ के एक शीशे के सामने अपने आप से वार्ता करनी चाहिए कि इस देश के करोड़ों करोड़ किसानों का भविष्य बड़ा है। ये लाखों लोग जो दिल्ली घोर घेर के बैठे हैं, उनकी आवाज बड़ी है, या कि तुम्हारा अहंकार बड़ा है। आज बस अब एक चीज अटक गई है, बाकी कुछ नहीं। सरकार के लोग भी अंदर से कहते हैं यार फंस गए, ये उसने गड़बड़ कर दी, इसने गड़बड़ कर दी, फंसे तो हुए हैं। अब ये है कि जी मोदी जी की नाक अटकी हुई है, प्रधानमंत्री कैसे छोटे हो जाएं, उन्होंने तो मुंह से बोल रखा है। इसलिए मैं अर्ज करता हूं प्रधानमंत्री जी, आप अपने आप से वार्ता कर लो, थोड़ी सी वार्ता कर लो, पूछ लो कि आपका अहंकार अहम बड़ा है या कि इस देश के किसान का भविष्य बड़ा है। लोकतंत्र में जो जनता के सामने झुकता है वो छोटा नहीं होता, बड़ा होता है। हमारी उम्मीद है कि ये होगा और जीत के जाएंगे। तो दोबारा बता दूं, हमारे साथियों ने बोला है हम अपनी मांगों पर अडिग हैं, कोई समझौता नहीं, पूरा इनको रिपील करना है और एमएसपी की लीगल गारंटी लेनी है। किसानों ने अपना रुख सख्त नहीं किया है, हम वही बात हमेशा बोल रहे हैं, आज भी बोल रहे हैं, अडिग हैं और ये किला फतेह करके ही किसान जाएगा। धन्यवाद। यादव जी, वो तो मंत्री अभी भी ट्वीट करते हैं कि ये पॉलिटिकली मोटिवेटेड है। ਉਹ ਤਾਂ ਬਹੁਤ ਕੁਝ ਕਰਦੇ ਨੇ। ਮਤਲਬ ਸਰਕਾਰ ਹਾਰਨ ਤੱਕ ਨਹੀਂ ਕਹਿੰਦੀ ਮੈਂ ਹਾਰ ਗਈ, ਕਦੇ ਨਹੀਂ ਕਹਿੰਦੀ ਹੁੰਦੀ, ਨਾ ਅਸੀਂ ਮੰਨਾਂਗੇ ਹਾਰ ਕਦੇ ਵਾਸਤੇ ਸਰਕਾਰ। ਪਰ ਸਰਕਾਰ ਪਿੱਛੇ ਤਾਂ ਹਟ ਗਿਆ ਨਾ। हमारी मीटिंगां सद लिया, अज हमारी मीटिंग सद ली, कहने बहुत कुछ है। जो हम लड़ने वाले लोग कहे ना, सरकार को उस लेवल पर आना पड़ेगा। और सवाल करो बचाव वाला रास्ता निकलना ही नहीं, वही रहेगा, वही रहेगा जो हमारियां सारियां मंगा सेंटर सरकार नहीं मानेगी, उतना चਿਰ ਅਸੀਂ संघर्ष करते रहेंगे। बिल्कुल नहीं, बचाव का रास्ता निकलेगा नहीं। कितने जा रहे हैं, क्या कहना? हमारे 13 लोग जा रहे ने। हाँ समझेगा, लिस्ट है तो लिस्ट देवी लिस्ट मतलब हाँ खड़े नहीं खड़े ਹੋਰ ਕੁਝ ਸਵਾਲ ਅੱਜ ਜਿਹੜਾ ਬੰਦ ਕੀਤਾ ਤੁਸੀਂ ਕੀ ਇਹ ਸਫਲਤਾ ਹੀ ਹੈ ਕਿ ਜਦ ਮਿਛਾਂ ਨੇ ਤੁਹਾਨੂੰ ਉੱਥੇ ਬੁਲਾਇਆ? ਜਦੋਂ ਅੰਦੋਲਨ ਕੋਈ ਵੱਧਦਾ ਹੈ, ਮਤਲਬ ਮੀਟਿੰਗ ਚੋਂ ਮੰਤਰੀ ਨੇ ਸਾਨੂੰ ਇਹ ਗੱਲ ਵੀ ਕਹੀ, ਖੇਤੀਬਾੜੀ ਮੰਤਰੀ ਨੇ, ਵੀ ਇੱਕ ਪਾਸੇ ਵਾਰਤਾ ਚੱਲਦੀ ਹੈ ਤੇ ਇੱਕ ਪਾਸੇ ਤੁਸੀਂ ਮੋਦੀ ਦੀਆਂ 5 ਤਰੀਕ ਨੂੰ ਆਰਥੀਆਂ ਸਾੜੀ ਜਾਂਦੇ ਹੋ ਤੇ ਇੱਕ ਤੁਸੀਂ 8 ਤਰੀਕ ਨੂੰ ਭਾਰਤ ਬੰਦ ਕਰੀ ਜਾਂਦੇ ਹੋ। ਅਸੀਂ ਕਿਹਾ ਮੰਤਰੀ ਸਾਹਿਬ ਤੂੰ ਸਾਡੇ ਨਾਲ ਹਾਂ ਕਰਕੇ ਜਾਂਦਾ ਹੈ ਤੇ ਬਾਹਰ ਜਾ ਕੇ ਪ੍ਰੈਸ ਨੂੰ ਕੁਝ ਹੋਰ ਕਹਿਣਾ ਵੀ ਵਧੀਆ ਤੇ ਤੇਰੀ ਚੰਗੀ ਗੱਲ ਹੈ। ਤੂੰ ਸਾਡੇ ਨਾਲ ਮੀਟਿੰਗਾਂ ਕਰਦਾ ਹੈ ਤੇ ਮੋਦੀ ਸਾਹਿਬ ਜਾ ਕੇ ਕਿਤੇ ਹੋਰ ਕਰ ਵਿਸ਼ੇਸ਼ ਤੌਰ ਤੇ ਬੋਲਦੇ ਨੇ ਵਧੀਆ ਕਾਨੂੰਨ ਹੈ। ਜੇ ਫਿਰ ਉਹ ਬੋਲ ਸਕਦੇ ਨੇ ਫਿਰ हम कहना हम सूची बुलाते हैं लोग। हाँ सुनिए जी, सुनिए, जो साढ़े किसान आगू ਅੱਜ ਅਮਿਤ ਸ਼ਾਹ ਦੀ ਮੀਟਿੰਗ ਜਾ ਰਹੇ ਨੇ ਜੋ 7 ਵਜੇ ਹੋ ਰਹੀ ਹੈ, ਉਹਦੇ ਚ ਹਨ ਕਰੀ ਜਾਣਾ। ਫਿਰ राकेश टिकैत जी यूपी, गुरनाम सिंह चड़ूनी हरियाणा, आनंद मौला जी, हाँ जी, शिव कुमार कक्का जी
एमपी से बलवीर सिंह राजेवाल पंजाब, जगजीत सिंह डल्लेवाल पंजाब, रोल्टू सिंह मानसा पंजाब, मनजीत राय पंजाब, बूटा सिंह बुर्जगल पंजाब, हरिंदर सिंह, हाँ जी आराम से दोबारा, हाँ जी बलवीर सिंह राजेवाल, राकेश टिकैत यूपी, गुरनाम सिंह चुड़ूनी हरियाणा, आनंद मुल्ला जी साउथ बंगाल, शिव कुमार कक्का जी एमपी मध्य प्रदेश एमपी हुआ जी, बलवीर सिंह जी राजेवाल पंजाब, जगजीत सिंह डल्लेवाल पंजाब, रोल्टू सिंह जी मानसा पंजाब, मनजीत राय जी पंजाब, बूटा सिंह बुर्जगल पंजाब, हरिंदर सिंह लखोवाल पंजाब, दर्शनपाल जी पंजाब, कुलवंत सिंह संधू पंजाब, 13वां नंबर भोग सिंह मानसा दासदा जी। तो ਇਹ 13 ਜਿਹੜੇ ਸਾਡੇ ਆਗੂ ਨੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਜਾ ਰਹੇ ਨੇ। ਆ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਦਿੱਲੀ ਨੂੰ ਰਵਾਨਾ ਹੋਣਾ ਹੈ। ਸੋ ਇਸ ਕਰਕੇ ਸਾਰੇ ਸਾਥੀ ਆ ਜਿਹੜੇ ਉਹ ਨੋਟ ਕਰ ਲੈਣ। ਅੱਗੇ ਰੋਦੂ ਸਿੰਘ नहीं मतलब ਜਿਹੜੀ ਕੱਲ ਨੂੰ ਮੀਟਿੰਗ ਰੱਖੀ ਹੈ ਉਹਦਾ ਰਿਜ਼ਲਟ ਅੱਜ ਵਾਲੀ ਮੀਟਿੰਗ 'ਚ ਨਿਕਲ ਜਾਣਾ ਜਿਹੜੀ ਹੁਣ ਵਾਲੀ ਮੀਟਿੰਗ ਹੈ। ਜੇ ਮੇਰੀ ਬਾਤ ਤਾਂ ਸੁਣੋ ਨਾ, ਜੇ ਸ਼ਾਹ ਕੋਲ ਕੁਝ ਨਾ ਮਿਲਿਆ ਫਿਰ ਕੱਲ ਦੀ ਕਾਹਦੀ ਮੀਟਿੰਗ ਹੈ। नहीं वो वापस नहीं लेंगे, हम लड़ेंगे। लगातार यही गल सामने आ रही है कि 16 हेलो नहीं भाई मेरे क्या खड़े हो आपने बोला बुराड़ी जेल की तरह थी, रामलीला ग्राउंड के लिए अगर अभी भी ऑप्शन रखते हैं गृह मंत्री तो जाएंगे आप? अपना जिसमें रामलीला ग्राउंड में ये हम मीटिंग सदेंगे ना, हम कोई मुद्दा न आ जाता है, कल्ला लीडर कोई ऐलान नहीं कर सकता। जे सरकार हमको पेश करेगी भी आप बात सुन लो ना, भी कहेगी यहाँ पर रामलीला ग्राउंड भाग जाओ, फिर हम मीटिंग सदेंगे भी जाना है कि नहीं जाना। नहीं जब पहले आते हैं बहुत कुछ सोचते हैं, जो जंग भारी तेज हो जाए ना वो मौके पर सोचा जाता है क्या करना है। समझे? हेलो ठीक 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 थोड़ा सा ताला प्रेस आपको ये लगता है कि अब बातचीत टूटी है क्योंकि अमित शाह के बाद क्या, अमित शाह के बाद तो चुंगू मीटिंग का बाद हम बता पाएंगे टूटा क्या ना। 12 बजे हमारा तो कल मीटिंग क्यों नहीं कर रहे आप? कल की मीटिंग क्यों नहीं कर रहे? क्योंकि इसके सरकार काल बोलते हैं हम परसों देंगे, करो काल हम लिख के देंगे। विज्ञान भवन आप आएंगे नहीं आएंगे? काल विज्ञान भवन में मीटिंग कैंसिल। तो अभी टेबल टॉक बंद है क्या आपकी तरफ से? हाँ टेबल टॉक अभी तक बंद, अब बंद कर दी गई आपकी तरफ काल से। चुंगू मीटिंग के बाद मीटिंग के बाद हम फाइनली बोलेंगे क्या करें। तो आपने सर आपने ये आप लोग जब बैठक कर रहे थे तो जो आपके एक नेता है उग्रहा, उन्होंने कहा कि बीजेपी तोड़ने का काम कर रही है। ऐसे नहीं जाना चाहिए, ऐसे कोई 13 लोगों को नहीं जाना चाहिए, हमें भी लेके जाना चाहिए। नहीं वो लेके जाना चाहिए। तो वो तो हम अलग बात है, सभी बैठता है फिर कल सभी बैठेंगे। नहीं मगर वो कोई ये जो सिलेक्टिव अप्रोच है ना, जो सिलेक्शन है, ऐसे सिलेक्शन नहीं होनी चाहिए ना होना अच्छा था। हम लोग तो शुरू से बोल रहे हैं पूरा। उग्रहा को बुलाई, सबसे पहली कॉल अमित शाह की उग्रहा को गई थी। तो उन्होंने बोला था तब कि भाई हम नहीं आएंगे, हम बात नहीं करेंगे। आपको कॉल आई वो कि आप चले गए, वो कह रहे हमें तो पता ही नहीं है, टीकरी पर बैठे हैं वो पंजाब सुनो क्या बोला, सुनो पंजाब का 8 लोग को बोला, पंजाब तय किया, वहां से मेरा मालूम नहीं है। आज जो 4 एसोसिएशन का लोग था, AIKCC से मैं हूँ, काका जी है महासंघ से, चारोनी है बीकेयू थे, टिकैत है उत्तर प्रदेश बीकेयू। जो अलग जो मोर्चा का लोग 4 था कमेटी में है, ये 4 बाहर का है और बाकी पंजाब का है। पंजाब से 8 लोग लिया,
9 लोग लिया, अरे 4 लिया बाहर का। उन्होंने प्रेस नोट जारी किया है सर, ऐसी नहीं कि हवा में बात है, प्रेस नोट जारी किया उन्होंने। नंबर दिया, नहीं आना चाहिए था मीटिंग के लिए, नहीं नहीं, हम देखेंगे कल वहाँ जब मीटिंग करेंगे तो उसको समझाएंगे। आप ये सुबह मीटिंग हुई थी उसमें आप शामिल थे? जो नहीं, किसान यूनियन की जो वहाँ नहीं सर ये माना जाए कि अब जो टॉक है वो आगे उसका कोई मतलब नहीं है, लगता नहीं। जो इंडिकेशन है, मंत्री बचे, गृह मंत्री ने तो बात कर ली, या डोवाल साहब बचे, कुछ नहीं होने वाला नहीं। मीटिंग ਤੁਸੀਂ ਦੇਖ ਰਹੇ ਹੋ ਕਿ ਜੋ ਮੀਟਿੰਗ ਖਤਮ ਹੋ ਗਈ ਹੈ, ਜੋ ਅਫਸਰਾਂ ਦੀਆਂ ਗੱਡੀਆਂ ਬਾਹਰ ਆਈਆਂ ਨੇ ਤੇ ਪੂਰੇ ਮੀਡੀਆ ਵਿੱਚ ਹਲਚਲ ਹੋਈ ਹੈ। ਕੋਈ ਕਿਸਾਨ